पूरे हिंदुस्तान दे विच बहुत बड़े पैमाने ते किसानां नूं, गरीबां नूं, मजदूरां नूं, छोटे दुकानदारां नूं बड़ा संघर्ष करना पिया। बीजेपी दी मोदी सरकार दे 3 काले कानूनां दे खिलाफ शांतिपूर्वक तरीके नाल संघर्ष होया। बहुत सारे लोगों ने अंदाज़न 700 तो भी ज़्यादा किसानां ने अपनियां शहादतां दित्तियां। ਅਸੀਂ ਉਹ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ, ਉਹਨਾਂ ਦੀ ਇਸ ਕੁਰਬਾਨੀ ਨੂੰ ਯਾਦ ਕਰਨ ਵਾਸਤੇ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਕਿਸਾਨ ਭਰਾਵਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਦਾ ਸਮਾਰਕ ਅੱਜ ਅਸੀਂ ਬਣਾਇਆ ਉਰੇ। ਦੇਖੋ, ਸੈਂਟਰ ਗਵਰਨਮੈਂਟ ਕੋਲ ਤਾਂ ਇਹ ਸ਼ਹੀਦਾਂ ਦੀ ਸ਼ਹਾਦਤ ਦੇ ਦੁੱਖ ਸਾਂਝ ਕਰਨ ਵਾਸਤੇ ਵੀ ਸਮਾਂ ਨਹੀਂ ਸੀਗਾ। ਤੇ ਜੇ ਉਸ ਵੇਲੇ ਅਸੀਂ ਸਾਰਾ ਡਾਟਾ ਮੀਡੀਆ ਨਾਲ ਸ਼ੇਅਰ ਕਰ ਸਕਦੇ ਹਾਂ ਤੇ ਫਿਰ ਕਿਸੇ ਜ਼ਿੰਮੇਵਾਰ ਸਰਕਾਰ ਦੇ ਜ਼ਿੰਮੇਵਾਰ ਬੰਦੇ ਵੱਲੋਂ ਇਹ ਕਹਿਣਾ ਕਿ ਸਾਡੇ ਕੋਲ ਡਾਟਾ ਨਹੀਂ ਹੈ, ਇਹ ਬੜੀ ਸ਼ਰਮ ਦੀ ਗੱਲ ਹੈ। ਤੇ ਕਈ ਪਰਿਵਾਰਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ, ਪਰ ਉੱਥੇ ਪਰਿਵਾਰਾਂ ਦੀ ਸਹਿਮਤੀ ਨਹੀਂ ਬਣੀ ਕਿ ਕਿਹੜੇ ਬੱਚੇ ਨੂੰ ਰੋਜ਼ਗਾਰ ਦੇਣਾ, ਕਿਉਂਕਿ ਸਰਕਾਰ ਨੇ, ਕਾਂਗਰਸ ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਇੱਕੋ ਚੀਜ਼ ਅਨਾਉਂਸ ਕੀਤੀ ਸੀ ਕਿ ਅਸੀਂ ਇੱਕ ਬੱਚੇ ਨੂੰ ਨੌਕਰੀ ਦੇਵਾਂਗੇ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦੇਵਾਂਗੇ। ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਬੜੇ ਪੈਮਾਨੇ ਤੇ ਕਿਸਾਨਾਂ ਨੂੰ, ਗਰੀਬਾਂ ਨੂੰ, ਮਜ਼ਦੂਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ ਬੜਾ ਸੰਘਰਸ਼ ਕਰਨਾ ਪਿਆ। ਬੀਜੇਪੀ ਦੀ ਮੋਦੀ ਸਰਕਾਰ ਦੇ 3 ਕਾਲੇ ਕਾਨੂੰਨਾਂ ਦੇ ਖਿਲਾਫ ਸ਼ਾਂਤੀਪੂਰਵਕ ਤਰੀਕੇ ਨਾਲ ਸੰਘਰਸ਼ ਹੋਇਆ। ਬਹੁਤ ਸਾਰੇ ਲੋਕਾਂ ਨੇ, ਅੰਦਾਜ਼ਨ 700 ਤੋਂ ਵੀ ਜ਼ਿਆਦਾ ਕਿਸਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਔਰ ਜੇ ਮੈਂ ਸੰਗਰੂਰ ਦੀ ਗੱਲ ਕਰਾਂ ਤਾਂ 58 ਉਹ ਪਰਿਵਾਰ ਸੀ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਦੀਆਂ ਵੈਰੀਫਿਕੇਸ਼ਨਸ ਹੋ ਕੇ ਉਹਨਾਂ ਨੂੰ 5-5 ਲੱਖ ਦਾ ਮੁਆਵਜ਼ੇ ਦਾ ਚੈੱਕ ਵੀ ਮਿਲਿਆ। ਔਰ ਨਾਲ ਉਹਨਾਂ ਦੇ ਵਿੱਚੋਂ 26 ਪਰਿਵਾਰਾਂ ਨੂੰ ਨੌਕਰੀ ਦੇ ਪੱਤਰ ਵੀ ਮਿਲ ਸਕੇ। ਔਰ ਇਸ ਦੇ ਨਾਲ ਨਾਲ 27 ਉਹ ਹਲੇ ਪਰਿਵਾਰ ਹੈ ਜਿਨ੍ਹਾਂ ਦਾ ਡਾਟਾ ਵੈਰੀਫਿਕੇਸ਼ਨ ਦੇ ਵਿੱਚ ਹੈਗਾ। ਅਸੀਂ ਉਹ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ, ਉਹਨਾਂ ਦੀ ਇਸ ਕੁਰਬਾਨੀ ਨੂੰ ਯਾਦ ਕਰਨ ਵਾਸਤੇ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਕਿਸਾਨ ਭਰਾਵਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਦਾ ਸਮਾਰਕ ਅੱਜ ਅਸੀਂ ਬਣਾਇਆ ਉਰੇ। ਹਰ ਪਲੇ ਕਾਰਡ ਦੇ ਉੱਪਰ ਉਹ ਸ਼ਹੀਦ ਪਰਿਵਾਰਾਂ ਦੇ ਲੋਕਾਂ ਦਾ ਨਾਮ ਲਿਖਿਆ ਗਿਆ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਔਰ ਸਾਨੂੰ ਪਤਾ ਹੈ ਕਿ ਕਿੰਨੇ ਜ਼ੋਰਦਾਰ ਤਰੀਕੇ ਨਾਲ ਇਹ ਸੰਘਰਸ਼ ਮੋਦੀ ਦੀ ਜਾਬਰ ਸਰਕਾਰ ਤੋਂ 3 ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਸੰਘਰਸ਼ ਹੋਇਆ। ਔਰ ਪੰਜਾਬ ਦਾ ਇਤਿਹਾਸ ਹੈ, ਮੈਨੂੰ ਮਾਣ ਮਹਿਸੂਸ ਹੁੰਦਾ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਸਾਡੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਵੱਡੇ ਵੱਡੇ ਸੰਘਰਸ਼ਾਂ ਦੇ ਵਿੱਚ, ਅੰਦੋਲਨਾਂ ਦੇ ਵਿੱਚ ਸ਼ਹਾਦਤਾਂ ਦਿੱਤੀਆਂ। ਔਰ ਇਹ ਪੰਜਾਬੀਆਂ ਦੀ ਹਮੇਸ਼ਾ ਇਹ ਖਾਸੀਅਤ ਰਹੀ ਹੈ ਕਿ ਜਿਹੜੀ ਅੰਦੋਲਨ ਦੇ ਵਿੱਚ ਸ਼ਹਾਦਤਾਂ ਹੋਈਆਂ ਉਹ ਸ਼ਹਾਦਤਾਂ ਨੂੰ ਕਾਇਮ ਰੱਖਣ ਵਾਸਤੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਐਸੇ ਸਮਾਰਕ ਪਹਿਲਾਂ ਵੀ ਬਣੇ ਹੈ। ਤੇ ਅੱਜ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲਿਆ ਉਹ 'ਚ ਕਿਸਾਨ ਭਰਾਵਾਂ ਨੇ ਤੇ ਹੋਰ ਸਾਰੇ ਸਾਥੀਆਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਸਮਰਪਿਤ ਅਸੀਂ ਅੱਜ ਇਹ ਸਮਾਰਕ ਬਣਾਇਆ ਉਹਨਾਂ ਦੇ ਵਾਸਤੇ। ਔਰ ਇਹਦੇ 'ਚ ਜਦੋਂ ਸਾਰੇ ਦੇ ਸਾਰੇ ਨਾਮ ਜਿਹੜੇ ਵੈਰੀਫਾਈ ਹੁੰਦੇ ਰਹਿਣਗੇ ਉਹ ਨਾਮ ਅਸੀਂ ਉਰੇ ਲਿਖਦੇ ਰਹਾਂਗੇ ਤਾਂ ਕਿ ਕੋਈ ਵੀ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਇਆ ਸਾਡਾ ਉਹ ਭਰਾ ਤੇ ਕਿਸਾਨ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਲੋਕਾਂ ਦੇ ਆਰਥਿਕਤਾ ਨੂੰ, ਲੋਕਾਂ ਦੀ ਕਮਾਈ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਹੈ, ਉਹ ਕਿਸੇ ਵੀ ਕਿਸਾਨ ਦਾ ਨਾਂ ਇਸ ਸਮਾਰਕ ਤੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ ਪੈਂਦਾ ਹੈ ਉਹ ਲਿਖਣ ਤੋਂ ਰਹਿ ਨਾ ਸਕੇ। ਮੇਰੇ ਵੱਲੋਂ ਹਮੇਸ਼ਾ ਉਹਨਾਂ ਦੇ ਪਰਿਵਾਰਾਂ ਨਾਲ ਸਰਕਾਰ ਵੱਲੋਂ, ਕਾਂਗਰਸ ਪਾਰਟੀ ਵੱਲੋਂ ਨਿੱਜੀ ਤੌਰ ਤੇ ਦੁੱਖ ਸਾਂਝਾ ਕਰਨ ਵਾਸਤੇ ਹਮੇਸ਼ਾ ਹਿੱਸਾ ਲੈਣ ਦਾ ਵੀ ਮੌਕਾ ਮਿਲਿਆ। ਔਰ ਉਹਨਾਂ ਦੇ ਪਰਿਵਾਰਾਂ ਦੇ ਜਿਨ੍ਹਾਂ ਦੇ ਕਾਗਜ਼ ਪੂਰੇ ਹੋ ਗਏ ਸੀ ਉਹ ਪਰਿਵਾਰਾਂ ਨੂੰ ਵੀ ਨੌਕਰੀ ਦੇਣ ਵਾਸਤੇ ਅਸੀਂ ਕਾਗਜ਼ਾਂ ਨੂੰ ਮਨਜ਼ੂਰ ਕਰਾ ਕੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਵੀ ਅਸੀਂ ਕੰਮ ਕੀਤਾ। ਔਰ ਬਹੁਤ ਸਾਰੇ ਪਰਿਵਾਰ ਅੱਜ ਜਿਨ੍ਹਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆਂ ਉਹ ਬਹੁਤ ਸਾਰੇ ਪਰਿਵਾਰ ਮੇਰੇ ਨਾਲ, ਮੇਰੇ ਖੱਬੇ ਤੇ ਸੱਜੇ ਪਾਸੇ ਸਾਰੇ ਪਰਿਵਾਰ ਆਏ ਹੈ, ਬੈਠੇ ਹੈ। ਉਹਨਾਂ ਨੂੰ ਪਤਾ ਹੈ ਔਰ ਮੈਂ ਇਹ ਫੀਲ ਕਰਦਾ ਕਿ ਮੈਂ ਇਸ ਇਲਾਕੇ ਦਾ ਜ਼ਿੰਮੇਵਾਰ ਹੋਣ ਦੇ ਨਾਤੇ, ਇਸ ਪਾਰਟੀ ਦੀ, ਕਾਂਗਰਸ ਪਾਰਟੀ ਦੀ ਸਰਕਾਰ ਦਾ ਇੱਕ ਹਿੱਸਾ ਹੋਣ ਦੇ ਨਾਤੇ ਮੈਂ ਅੱਜ ਇਹ ਕੰਮ ਕਰ ਸਕਿਆ। ਮੈਨੂੰ ਇਸ ਦੇ ਨਾਲ ਆਪਣੇ ਮਨ ਨੂੰ ਬੜੀ ਤਸੱਲੀ ਤੇ ਸਕੂਨ ਮਹਿਸੂਸ ਹੁੰਦਾ ਹੈ। ਕਿੰਨੀ ਲਾਗਤ ਹੈ ਜੀ? ਤੁਸੀਂ ਬੰਦੇ ਦੇ ਨਾਂ ਲਿਖੇ ਹੋਏ ਨੇ। ਹਾਂ, ਸੈਂਟਰ ਗਵਰਨਮੈਂਟ ਕਹਿ ਰਹੀ ਸਾਡੇ ਕੋਲ ਤਾਂ ਲਿਸਟ ਹੀ ਨਹੀਂ ਹੈਗੀ ਕਿਸਾਨਾਂ ਦੀ, ਉਹਦੇ ਬਾਰੇ ਕਹਿਣਾ ਤੁਹਾਡਾ?
ਦੇਖੋ ਸੈਂਟਰ ਗਵਰਨਮੈਂਟ ਕੋਲ ਤਾਂ ਇਹ ਸ਼ਹੀਦਾਂ ਦੀ ਸ਼ਹਾਦਤ ਦੇ ਦੁੱਖ ਸਾਂਝ ਕਰਨ ਵਾਸਤੇ ਵੀ ਸਮਾਂ ਨਹੀਂ ਸੀਗਾ। ਜੇ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਇਕੱਲੇ ਸ਼ਹੀਦ ਪਰਿਵਾਰ ਦੀ ਸ਼ਨਾਖਤ ਕਰਕੇ ਉਹਦੀ ਵੈਰੀਫਿਕੇਸ਼ਨ ਕਰਕੇ ਉਹਨੂੰ 5 ਲੱਖ ਦਾ ਮੁਆਵਜ਼ਾ ਦੇ ਕੇ ਉਹਨੂੰ ਨੌਕਰੀ ਦਾ ਪੱਤਰ ਦੇ ਕੇ ਨੌਕਰੀ ਜੁਆਇਨ ਕਰਾਉਣ ਤੱਕ ਦਾ ਕੰਮ ਕੀਤਾ ਹੈ, ਤਾਂ ਮੈਂ ਸਮਝਦਾ ਕਿ ਭਾਰਤ ਸਰਕਾਰ ਕੋਲ ਤਾਂ ਇਸ ਆંકੜੇ ਵਾਸਤੇ ਕੋਈ ਦਿੱਕਤ ਨਹੀਂ। ਤੇ ਆਰਟੀਆਈ ਦੀ ਗੱਲ ਹੈ, ਜੇ ਉਹ ਰਾਜਨੀਤਿਕ ਤੌਰ ਤੇ ਇਹ ਵੀ ਕਹਿਣਾ ਚਾਹਣ ਕਿ ਜੀ ਸਾਨੂੰ ਪੰਜਾਬ ਦੀ ਸਰਕਾਰ ਨੇ ਇਨਫੋਰਮੇਸ਼ਨ ਨਹੀਂ ਦਿੱਤੀ, ਵੈਸੇ ਤਾਂ ਐਸੀ ਕੋਈ ਗੱਲ ਨਹੀਂ ਹੈ, ਇਹ ਇਨਫੋਰਮੇਸ਼ਨ ਪਬਲਿਕ ਡੋਮੇਨ ਦੇ ਵਿੱਚ ਹੈ। ਅਗਰ ਮੈਂ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਜਾਂ ਇਹ ਇਨਫੋਰਮੇਸ਼ਨ ਅਸੀਂ ਜਗ੍ਹਾ ਤੇ ਜਾ ਕੇ ਅੱਜ ਤੋਂ 1.5 ਮਹੀਨਾ ਪਹਿਲਾਂ ਸੰਗਰੂਰ ਵਿੱਚ ਡੀਸੀ ਆਫਿਸ 'ਚ ਅਸੀਂ ਪ੍ਰੋਗਰਾਮ ਕੀਤਾ ਜਿਸ 'ਚ ਅਸੀਂ 26 ਪਰਿਵਾਰਾਂ ਨੂੰ ਨੌਕਰੀ ਦੇ ਪੱਤਰ ਦਿੱਤੇ ਗਏ, ਤੇ ਜੇ ਉਸ ਵੇਲੇ ਅਸੀਂ ਸਾਰਾ ਡਾਟਾ ਮੀਡੀਆ ਨਾਲ ਸ਼ੇਅਰ ਕਰ ਸਕਦੇ ਹਾਂ ਤੇ ਫਿਰ ਕਿਸੇ ਜ਼ਿੰਮੇਵਾਰ ਸਰਕਾਰ ਦੇ ਜ਼ਿੰਮੇਵਾਰ ਬੰਦੇ ਵੱਲੋਂ ਇਹ ਕਹਿਣਾ ਕਿ ਸਾਡੇ ਕੋਲ ਡਾਟਾ ਨਹੀਂ ਹੈ, ਇਹ ਬੜੀ ਸ਼ਰਮ ਦੀ ਗੱਲ ਹੈ। ਭਾਜੀ ਮੰਨਿਆ ਜਾਵੇ ਕਿ ਇਹ ਪਹਿਲੀ ਯਾਦਗਾਰ ਮੰਨੀ ਜਾਵੇ ਵੀ ਪਹਿਲੀ ਯਾਦਗਾਰ ਆ ਸੰਗਰੂਰ ਦੇ ਵਿੱਚ, ਕੋਈ ਸਟੇਟ ਪੱਧਰ ਤੇ ਵੀ ਅਜਿਹੀ ਕੋਈ ਯਾਦਗਾਰ ਬਣਾਉਣ ਦੀ ਜਿੱਥੇ ਤੱਕ ਅੱਜ ਇਸ ਬਾਰਕ ਦੀ ਗੱਲ ਹੈ, ਮੈਂ ਆਪਣੀ ਗੱਲ ਅੱਜ ਇੱਥੇ ਤੱਕ ਸੀਮਿਤ ਰੱਖਾਂਗਾ। ਸਰਕਾਰ ਵੱਲੋਂ ਪਹਿਲਾਂ ਵੀ ਅਨਾਉਂਸਮੈਂਟ ਹੋਈ ਹੈ ਸਾਡੀ ਸਰਕਾਰ ਵੱਲੋਂ ਕੋਈ ਹੋਰ ਮੈਮੋਰੀਅਲ ਬਣਾਉਣ ਦੀ, ਜਦੋਂ ਉਸ ਦੀ ਤਜਵੀਜ਼ ਹੋ ਜੂਗੀ ਉਹਦੇ ਬਾਰੇ ਉਦੋਂ ਗੱਲ ਤੁਹਾਡੇ ਸਾਹਮਣੇ ਰੱਖਾਂਗੇ। ਪਰ ਲੇਕਿਨ ਅੱਜ ਤਾਂ ਸਿਰਫ ਇਹ ਸਮਾਰਕ ਸੰਗਰੂਰ ਜ਼ਿਲ੍ਹੇ ਦੇ ਸ਼ਹੀਦ ਪਰਿਵਾਰਾਂ ਦੇ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਸਮਰਪਿਤ ਅਸੀਂ ਇਹ ਸਮਾਰਕ ਅੱਜ ਉਰੇ ਕਾਇਮ ਕੀਤਾ ਹੈ। ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝ ਰਿਹਾ ਕਿ ਮੈਂ ਤੇ ਮੇਰੀ ਟੀਮ ਨੇ, ਜ਼ਿਲ੍ਹਾ ਪ੍ਰਸ਼ਾਸਨ ਨੇ, ਮੇਰੇ ਮਹਿਕਮੇ ਦੇ ਸਾਰੇ ਲੋਕਾਂ ਨੇ ਇਸ ਕੰਮ ਨੂੰ ਪਰਿਵਾਰਿਕ ਤੌਰ ਦੇ ਉੱਪਰ ਅਸੀਂ ਅੱਜ ਕੀਤਾ। ਔਰ ਅੱਜ ਸਾਰੇ ਤੁਸੀਂ ਮੀਡੀਆ ਦੇ ਸਾਥੀ ਉਰੇ ਅੱਜ ਪਿਆਰ ਭਰੇ ਸੱਦੇ ਤੇ ਤੁਸੀਂ ਆਏ ਹੋ ਔਰ ਤੁਸੀਂ ਇਹ ਸਮਾਰਕ ਨੂੰ ਧਿਆਨ ਨਾਲ ਇਸ ਦੀ ਸਮਝ ਕੇ, ਇਹਦੀ ਗਰਿਮਾ ਨੂੰ ਸਮਝ ਕੇ, ਇਸ ਦੇ ਪਿੱਛੇ ਜੋ ਥਾਟ ਹੈ ਉਹਨੂੰ ਸਮਝ ਕੇ ਆਪਣੇ ਚੈਨਲਸ ਦੇ ਉੱਪਰ ਜ਼ਰੂਰ ਚਲਾਉਂਗੇ, ਤਾਂ ਕਿ ਸਾਡੇ ਕਿਸਾਨਾਂ ਦੀ ਜੋ ਸ਼ਹਾਦਤ ਹੈ, ਸਾਡੇ ਕਿਸਾਨਾਂ ਦੀ ਜੋ ਕੁਰਬਾਨੀ ਹੈ, ਸਾਡੇ ਕਿਸਾਨਾਂ ਦਾ 1.25 ਸਾਲ ਦਾ ਜੋ ਸ਼ਾਂਤੀਮਈ ਤਰੀਕੇ ਦੇ ਨਾਲ ਜੋ ਅੰਦੋਲਨ ਚੱਲਿਆ, ਉਸ ਅੰਦੋਲਨ ਦੇ ਵਿੱਚ ਸਾਡੇ ਲੋਕਾਂ ਦੀ, ਉਹਨਾਂ ਦੀ ਕਿਤੇ ਉਸ ਯਾਦਗਾਰ ਦੀ ਵਿੱਚ ਕੋਈ ਕਮੀ ਨਾ ਰਹਿ ਜੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਵਿੱਚ ਕੋਈ ਕਮੀ ਨਾ ਰਹਿ ਜੇ, ਔਰ ਉਹਨਾਂ ਦਾ ਜੋ ਬਣਦਾ ਮਾਣ ਸਨਮਾਨ ਹੈ ਉਸ ਦੇ ਵਿੱਚ ਕਦੇ ਕੋਈ ਕਮੀ ਨਾ ਰਹਿ ਜੇ। ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਰ ਸੰਘਰਸ਼ ਦੇ ਵਿੱਚ ਮੂਹਰੇ ਹੋ ਕੇ ਲੜਾਈ ਲੜੀ ਹੈ, ਚਾਹੇ ਉਹ ਆਜ਼ਾਦੀ ਦੀ ਲੜਾਈ ਆਈ, ਚਾਹੇ ਅੱਤਵਾਦ ਆਇਆ ਤੇ ਚਾਹੇ ਅੱਜ ਕਿਸਾਨੀ ਸੰਘਰਸ਼ ਆ। ਕਿੰਨੇ ਸਮਾਰਕ ਹੋਰ ਬਣ ਰਹੇ ਇਹਦੇ ਨਾਲ ਦੇ ਪੰਜਾਬ 'ਚ? ਇੱਕ ਹੀ ਕਰਕੇ ਬੋਲੋ। ਪੰਜਾਬ 'ਚ ਕਿੰਨੇ ਸਮਾਰਕ ਹੋਰ ਬਣ ਗਏ ਇਹਦੇ ਨਾਲ ਦੇ? ਨਹੀਂ ਉਹ ਤਾਂ ਮੈਨੂੰ ਹੁਣ ਬਾਕੀ ਸਮਾਰਕਾਂ ਦਾ ਨਹੀਂ ਪਤਾ, ਮੈਨੂੰ ਤਾਂ ਆਪਣੇ ਵਾਲੇ ਦੇ ਪਤਾ। ਜਿਹੜੇ ਸਰਕਾਰ, ਮੈਂ ਪਹਿਲਾਂ ਹੀ ਕਿਹਾ ਕਿ ਉਹ ਸਰਕਾਰ ਨੇ, ਬੇਟਾ ਜੀ ਨੇ ਪੁੱਛਿਆ ਸੀ ਕਿ ਅਗਰ ਸਰਕਾਰ ਨੇ ਕੋਈ ਅਨਾਉਂਸਮੈਂਟ ਕੀਤੀ ਹੈ ਤਾਂ ਮੈਂ ਕਿਹਾ ਜਦੋਂ ਉਸ ਦੇ ਬਾਰੇ ਪਲੈਨਿੰਗ ਹੋ ਜੂਗੀ, ਤਿਆਰੀ ਹੋ ਜੂਗੀ, ਉਹਦੇ ਬਾਰੇ ਅੱਡ ਤਰੀਕੇ ਤੇ ਤੁਹਾਨੂੰ ਦੱਸ ਦਾਂਗਾ। ਭਾਜੀ ਕਿੰਨੀ ਲਾਗਤ ਖਰਚ ਆਈ ਹੈ ਇਸ ਚੌਂਕ ਦੇ ਵਿੱਚ? ਹਾਲੇ ਤਾਂ ਯਾਰ ਇਹ ਚੀਜ਼ਾਂ ਲਾਗਤ ਨਾਲ ਨਹੀਂ ਚੱਲਦੀਆਂ, ਇਹ ਚੀਜ਼ਾਂ ਸੈਂਟੀਮੈਂਟ ਨਾਲ ਚੱਲਦੀਆਂ ਇਸ ਦੇ ਨਾਲ, ਔਰ ਇਹਦੇ ਤੇ ਕੋਈ ਮਰਜ਼ੀ ਕੀਮਤ ਲੱਗ ਜੇ ਉਹ ਥੋੜੀ ਹੈ। ਮੈਂ ਮੋਦੀ ਜੀ ਦੀ ਗੱਲ ਪਰਸੋਂ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਕਿ ਅਸੀਂ ਬੜਾ ਦਿਲ ਕਰਕੇ ਕਿਸਾਨਾਂ ਦੇ 3 ਕਾਲੇ ਕਾਨੂੰਨ ਵਾਪਸ ਕਰਤੇ, ਤੇ ਮੈਂ ਪੁੱਛਣਾ ਚਾਹੁੰਦਾ ਕਿ ਜੇ 500-700 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਬੜਾ ਦਿਲ ਕੀਤਾ ਹੈ ਤਾਂ ਫਿਰ ਬੜੇ ਦੁੱਖ ਦੀ ਗੱਲ ਹੈ। ਖਿਲਾ ਜੀ, ਜਿਹੜੇ ਪਰਿਵਾਰ ਨੌਕਰੀ ਤੋਂ ਰਹਿ ਗਏ ਨੇ, ਕਿਸਾਨਾਂ ਦੇ ਪਰਿਵਾਰ, ਉਹਨਾਂ ਦੇ ਕੱਟ ਸਰਕਾਰ ਦਾ ਟਰਮ ਪੂਰਾ ਹੋਣ ਜਾ ਰਿਹਾ ਜੀ, ਤਾਂ ਕੀ ਹੋ ਗਿਆ? ਚਾਹੇ ਸਰਕਾਰ ਦਾ ਟਰਮ ਪੂਰਾ ਹੋ ਰਿਹਾ ਹੋਵੇ ਤੇ ਚਾਹੇ ਸਰਕਾਰ ਦਾ ਟਰਮ ਨਾ ਪੂਰਾ ਹੋ ਰਿਹਾ ਹੋਵੇ, ਜਿਹੜੇ ਪਰਿਵਾਰਾਂ ਦੀ ਵੈਰੀਫਿਕੇਸ਼ਨ ਹੋ ਜੂਗੀ, ਸਾਰੇ ਵੈਰੀਫਿਕੇਸ਼ਨ ਤੋਂ ਬਾਅਦ, ਕਿਉਂਕਿ ਤੁਸੀਂ ਦੇਖਿਆ ਸੀ ਜਿੱਦਣ ਆਪਾਂ ਉਦੋਂ ਡੀਸੀ ਆਫਿਸ ਦੇ ਵਿੱਚ ਵੀ ਪੱਤਰ ਵੰਡੇ ਸੀਗੇ ਤਾਂ ਕੁਝ ਪਰਿਵਾਰਾਂ ਦੇ ਵਿੱਚ ਆਪਸੀ ਸਹਿਮਤੀ ਨਹੀਂ ਬਣੀ ਸੀਗੀ ਨੌਕਰੀ ਲੈਣ ਦੀ, ਤੇ ਕਈ ਪਰਿਵਾਰਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਪਰ ਉੱਥੇ ਪਰਿਵਾਰਾਂ ਦੀ ਸਹਿਮਤੀ ਨਹੀਂ ਬਣੀ ਕਿ ਕਿਹੜੇ ਬੱਚੇ ਨੂੰ ਰੋਜ਼ਗਾਰ ਦੇਣਾ ਹੈ। ਕਿਉਂਕਿ ਸਰਕਾਰ ਨੇ, ਕਾਂਗਰਸ ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਇੱਕੋ ਚੀਜ਼ ਅਨਾਉਂਸ ਕੀਤੀ ਸੀ ਕਿ ਅਸੀਂ ਇੱਕ ਬੱਚੇ ਨੂੰ ਨੌਕਰੀ ਦੇਵਾਂਗੇ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦੇਵਾਂਗੇ, ਔਰ 58 ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਮਿਲ ਚੁੱਕਿਆ ਹੈ। ਪਰ ਜਿਹੜੀ ਨੌਕਰੀ ਉਹ ਸਿਰਫ ਹਲੇ 26 ਪਰਿਵਾਰਾਂ ਨੂੰ ਮਿਲੀ ਹੈ। ਬਹੁਤ ਸਾਰੀ ਜਗ੍ਹਾ ਦੇ ਉੱਪਰ ਹਲੇ ਕਿਸੇ ਸਹਿਮਤੀ ਨਹੀਂ ਬਣੀ ਤੇ ਕਈਆਂ ਦੇ ਕੇਸਿਸ ਜਿਹੜੇ ਲੇਟ ਹੋਏ ਸੀ, ਕਿਸੇ ਦਾ ਅਕਾਲ ਚਲਾਣਾ ਲੇਟ ਹੋਇਆ, ਕਿਸੇ ਦੀ ਸ਼ਹਾਦਤ ਲੇਟ ਹੋਈ, ਉਹਨਾਂ ਦੇ ਕੇਸਿਸ ਵੈਰੀਫਿਕੇਸ਼ਨ ਦੇ ਉੱਪਰ ਹੈ। ਮੈਂ ਇਸੇ ਕਰਕੇ ਕਿਹਾ ਕਿ ਇਹ ਸਮਾਰਕ ਦੇ ਉੱਪਰ ਅਸੀਂ ਸਪੇਸ ਰੱਖੀ ਹੈ, ਜਿੱਥੇ ਕੋਈ ਕਮੀ ਪੇਸ਼ੀ ਜਾਂ ਜਿੱਥੇ ਕੋਈ ਨਾਮ ਦੀ ਵੈਰੀਫਿਕੇਸ਼ਨ ਹੋਈ ਜਾਊਗੀ, ਸਭ ਦੇ ਨਾਮ ਇਸ ਸਮਾਰਕ ਦੇ ਵਿੱਚ ਐਡ ਕੀਤੇ ਜਾਣਗੇ, ਤਾਂ ਕਿ ਕੋਈ ਵੀ ਸੰਗਰੂਰ ਜ਼ਿਲ੍ਹੇ ਦਾ ਕਿਸਾਨ ਜੋ ਬਾਰਡਰ ਦੇ ਉੱਪਰ ਜਾਂ ਇਸ ਕਿਸਾਨ ਸੰਘਰਸ਼ ਦੇ ਉੱਪਰ ਕਿਸੇ ਟੋਲ ਪਲਾਜ਼ਾ ਦੇ ਉੱਪਰ ਜੋ ਸ਼ਹੀਦ ਹੋਇਆ ਹੈ, ਉਹਦਾ ਨਾਂ ਇਸ ਸਮਾਰਕ ਦੇ ਵਿੱਚੋਂ ਰਹਿ ਨਾ ਜਾਵੇ। ਪੰਜਾਬ ਦਾ ਪਹਿਲਾ ਸਮਾਰਕ ਹੀ ਹੈ ਜੀ। ਯਾਰ ਤੁਹਾਨੂੰ ਪਤਾ ਹੀ ਹੋਣਾ, ਹੁਣ ਮੈਂ ਸਿੰਗਲਾ ਸਾਹਿਬ ਅੱਜ 58 ਚੋਂ ਚੰਦ ਪਰਿਵਾਰ ਹੀ ਇੱਥੇ ਪਹੁੰਚੇ ਆ ਜੀ।
ਨਹੀਂ ਉਹ ਕੋਈ ਗੱਲ ਨਹੀਂ ਨਾ, ਅਸੀਂ ਯਾਰ ਉਰੇ ਇੰਨੀ ਸਪੇਸ ਨਹੀਂ ਆ, ਵੀ ਆਰ ਨਾਟ, ਮਤਲਬ ਅਸੀਂ ਲੋਕਾਂ ਨੂੰ ਕਿਸ ਨੂੰ ਮੈਸੇਜ ਲਗਾਇਆ, ਕਿਉਂਕਿ ਇਸ ਮਾਰਕ ਦਾ ਹਲੇ ਪਤਾ ਨਹੀਂ ਸੀ ਪੂਰਾ ਹੋ ਸਕਦਾ ਹੈ, ਮਤਲਬ ਅੱਜ ਅਸੀਂ ਪੂਰਾ ਕਰਤੇ, ਨੂੰ ਵੀ ਪਤਾ ਵੀ ਹਲੇ ਵੀ ਕੰਮ ਚੱਲ ਰਿਹਾ ਹੈ। ਔਰ ਮੈਂ ਇਹ ਚਾਹੁੰਦਾ ਸੀਗਾ, ਮੇਰੇ ਮਨ ਦੇ ਵਿੱਚ ਇੱਕ ਖੁਆਇਸ਼ ਸੀ ਕਿ ਅਸੀਂ ਜਲਦੀ ਤੋਂ ਜਲਦੀ ਇਸ ਮਾਰਕ ਨੂੰ ਬਣਾਈਏ, ਨਾਮਾਂ ਦੇ ਇਜ਼ਾਫਾ, ਤੇ ਉਹਨੂੰ ਇਸ ਨੂੰ ਜਿੰਨਾ ਮਰਜ਼ੀ ਬੜਾ ਕਰਨਾ ਹੋਵੇ ਜਦ ਮਰਜ਼ੀ ਕੀਤਾ ਜਾ ਸਕਦਾ, ਉਹਦੇ 'ਚ ਕੋਈ ਇਹਦੇ 'ਚ ਇਸ਼ੂ ਗੱਲ ਨਹੀਂ ਹੈ। ਬਟ ਲੇਕਿਨ ਅਸੀਂ ਸਾਰੇ ਜਿੰਨੇ ਪਰਿਵਾਰਾਂ ਨੂੰ ਅਸੀਂ ਸੁਨੇਹਾ ਲਾ ਸਕੇ ਅਸੀਂ ਲਗਾਇਆ ਹੈ, ਔਰ ਇਹ ਐਡਮਿਨਿਸਟ੍ਰੇਸ਼ਨ ਵੱਲੋਂ ਸੁਨੇਹਾ ਗਿਆ ਸੀਗਾ, ਤੇ ਅੱਜ ਮੈਨੂੰ ਖੁਸ਼ੀ ਹੈ ਕਿ ਅਸੀਂ ਸਾਰੇ ਉਰੇ ਇਕੱਤਰ ਹੋ ਸਕੇ। ਕੀ ਨਾਂ, ਕਿੰਨੀ ਕੁ ਉਮਰ ਹੈ, ਕਿਹੜਾ ਪਿੰਡ ਹੈ? ਮੇਰਾ ਨਾਮ ਅਮਰਿੰਦਰਪ੍ਰੀਤ ਕੌਰ ਹੈ, ਮੇਰੀ ਉਮਰ 24 ਸਾਲ ਹੈ ਤੇ ਪਿੰਡ ਘਮੰਡ ਸਿੰਘ ਵਾਲਾ। ਤੁਹਾਡੀ ਕੌਣ ਸ਼ਹੀਦ ਹੋਏ ਸੀ? ਮੇਰੇ ਫਾਦਰ, ਮੇਰੇ ਡੈਡੀ, ਉਹਨਾਂ ਦੀ ਉਮਰ 51 ਸਾਲ ਦੀ ਸੀ। ਕਿੱਥੇ ਸ਼ਹੀਦ ਹੋਏ ਸੀ, ਕਿੰਨਾ ਚਿਰ ਹੋ ਗਿਆ? ਉਹ 18 ਮਾਰਚ ਨੂੰ ਉਹਨਾਂ ਦੀ ਅਮਰ ਹਸਪੀਟਲ ਦੇ ਵਿੱਚ ਡੈਥ ਹੋ ਗਈ ਸੀਗੀ। ਇਸ ਤੋਂ ਪਹਿਲਾਂ ਦਸੰਬਰ ਦੇ ਵਿੱਚ ਉਹ ਦਿੱਲੀ ਗਏ, ਤੇ ਨਵੰਬਰ ਤੇ ਅਕਤੂਬਰ ਦੇ ਵਿੱਚ ਜੋ ਪੰਜਾਬ 'ਚ ਧਰਨੇ ਹੋ ਰਹੇ ਸੀ ਉਹਨਾਂ 'ਚ ਵੀ ਪਾਰਟਿਸਿਪੇਟ ਕਰਦੇ ਰਹੇ, ਤੇ ਫਿਰ ਜੈਨ 'ਚ ਦੁਬਾਰਾ ਗਏ। ਫੈਬ ਦੇ ਵਿੱਚ ਜਦੋਂ ਦੁਬਾਰਾ ਉੱਥੇ ਗਏ ਤਾਂ ਉੱਥੇ ਚਾਚਾ ਜੀ ਨਾਲ ਸੀ ਮੇਰੇ, ਤੇ ਉੱਥੇ ਉਹ ਬਿਮਾਰ ਹੋ ਗਏ। ਫਿਰ ਉਹਨਾਂ ਨੂੰ ਬਿਮਾਰ ਨੂੰ ਹੀ ਪਿੰਡ ਲੈ ਕੇ ਆਂਦਾ ਗਿਆ। ਪਹਿਲਾਂ ਅਸੀਂ ਲੋਕਲ ਡਾਕਟਰ ਤੋਂ ਮੈਡੀਸਿਨ ਲਈ, ਬਟ ਨਹੀਂ, ਫਿਰ ਲਾਸਟ 'ਚ ਅਸੀਂ ਅਮਰ ਹਸਪੀਟਲ ਲੈ ਗਏ। ਉੱਥੇ ਡਾਕਟਰਸ ਨੇ ਕਿਹਾ ਕਿ ਸਿਚੁਏਸ਼ਨ ਜ਼ਿਆਦਾ ਕ੍ਰਿਟੀਕਲ ਹੈ, ਕਿ ਇਹਨਾਂ ਨੂੰ ਠੰਡ ਲੱਗੀ ਹੋਈ ਹੈ, ਇਹਨਾਂ ਨੇ ਆਪਣੀ ਕੇਅਰ ਨਹੀਂ ਕੀਤੀ ਉੱਥੇ, ਕਿ ਇਹਨਾਂ ਨੂੰ ਠੰਡ ਜ਼ਿਆਦਾ ਲੱਗੀ ਹੋਈ ਹੈ, ਥੋੜਾ ਨਿਮੋਨੀਆ ਕਿਹਾ ਡਾਕਟਰਸ ਨੇ। ਫਿਰ ਉਸ ਤੋਂ ਬਾਅਦ ਸਿਚੁਏਸ਼ਨ ਹੋਰ ਜ਼ਿਆਦਾ ਕ੍ਰਿਟੀਕਲ ਹੁੰਦੀ ਗਈ ਐਂਡ ਲਾਸਟ 'ਚ 18 ਮਾਰਚ ਨੂੰ ਰਾਤ ਨੂੰ ਉਹਨਾਂ ਨੇ ਆਪਣਾ ਆਖਰੀ ਸਾਹ ਲਿਆ। ਜਿਹੜਾ ਬੇਟਾ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਨੌਕਰੀ ਵੀ ਦੇਵਾਂਗੇ ਤੇ ਹਾਂਜੀ। 5 ਲੱਖ ਦੇਵਾਂਗੇ, ਮਿਲ ਗਿਆ ਸੀਗਾ? ਹਾਂਜੀ ਹਾਂ, ਪੰਜਾਬ ਗਵਰਨਮੈਂਟ ਨੇ, ਸਾਡੇ ਐਮਐਲਏ ਸਿੰਗਲਾ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਉਹ ਘਰ ਵੀ ਆਉਂਦੇ ਰਹੇ, ਤੇ ਨਾਲ ਮੇਰੇ ਬ੍ਰਦਰ ਨੂੰ ਜੌਬ ਵੀ ਮਿਲੀ ਹੈ, ਤੇ ਸਾਨੂੰ ਇੱਕ ਬਣਦਾ ਜੋ ਹੈਗਾ ਸੀ ਉਹ ਵੀ ਦਿੱਤਾ ਗਿਆ ਨਾਲ। ਘਰ ਦੀ ਰਾਜੇ ਹਾਲਤ ਕੀ ਹੈਗੀ, ਕੌਣ ਕੌਣ ਨੇ ਹੁਣ ਵਿੱਚ? ਹਾਂਜੀ, ਘਰ ਦੀ ਸਾਡੀ ਹਾਲਤ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੈ। ਸਾਡੀ ਜੁਆਇੰਟ ਫੈਮਿਲੀ ਹੈ, ਮੇਰੇ ਦਾਦਾ ਜੀ ਹੈਗੇ ਨੇ ਐਂਡ ਮੇਰੇ ਦੋਵੇਂ ਚਾਚਾ ਜੀ ਹੈਗੇ ਨੇ, ਸਾਡੀ ਇਕੱਠਾ ਪਰਿਵਾਰ ਹੈ। ਸਿੰਘਲਾ ਸਾਹਿਬ ਲਖੀਮਪੁਰੀ ਵੀ ਜਾਂਦੇ ਰਹੇ ਨੇ? ਹਾਂਜੀ, ਸਿੰਗਲਾ ਸਾਹਿਬ ਉੱਥੇ ਵੀ ਜਾਂਦੇ ਰਹੇ ਨੇ। ਉਹ ਮੈਟਰ ਦੇ ਵਿੱਚ ਅਸੀਂ ਜ਼ਿਆਦਾ, ਮਤਲਬ ਸਾਡੇ ਜ਼ਿਆਦਾ ਨਹੀਂ ਵਿਚਾਰ ਹੈਗੇ, ਬਿਕੋਜ਼ ਉਸ ਤੋਂ ਬਾਅਦ ਜਦੋਂ ਡੈਡੀ ਤੋਂ ਬਾਅਦ ਅਸੀਂ ਥੋੜਾ ਅਪਸੈਟ ਸੀਗੇ, ਸਾਨੂੰ ਖੁਦ ਨੂੰ ਲੱਗਿਆ ਵੀ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਜਿਹੜਾ ਸਕਦੇ। ਸਮਾਰਕ ਬਣਾਇਆ ਗਿਆ ਸੰਗਰੂਰ ਦੇ ਵਿੱਚ? ਹਾਂਜੀ ਹਾਂਜੀ, ਠੀਕ ਹੈ। ਇਹ 'ਚ ਮੇਰੇ ਫਾਦਰ ਦਾ ਨੇਮ ਲਿਖਿਆ ਹੋਇਆ ਸੀ, ਸਾਡਾ ਪਿੰਡ ਤੇ ਮੇਰੇ ਫਾਦਰ ਦਾ ਨੇਮ ਹੈ। ਤੇ ਸਾਡੇ ਲਈ ਥੋੜੀ ਮਾਣ ਵਾਲੀ ਗੱਲ ਵੀ ਹੈ ਕਿ ਮੇਰੇ ਡੈਡੀ ਇੱਦਾਂ ਦਿੱਲੀ ਗਏ ਤੇ ਕਿਸਾਨਾਂ ਲਈ ਕੁਝ ਨਾ ਕੁਝ ਕੀਤਾ। ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ ਜੀ, ਜਿਹੜੇ ਬਾਰਡਰ ਤੇ ਸ਼ਹੀਦ ਹੋਏ ਤੁਹਾਡੇ ਕੀ ਲੱਗਦਾ? ਮੇਰੇ ਵੱਡੇ ਬ੍ਰਦਰ ਸੀਗੇ ਜੀ, ਅੱਛਾ ਜੀ, ਕਿਹੜੀ ਜਗ੍ਹਾ? ਰਜਿੰਦਰਪਾਲ ਸਿੰਘ। ਕਿਹੜੀ ਜਗ੍ਹਾ ਤੋਂ ਜੀ? ਅਸੀਂ ਘਮੰਡ ਸਿੰਘ ਵਾਲਾ ਜੀ, ਭਵਾਨੀਗੜ੍ਹ ਬਲਾਕ 'ਚ ਪੈਂਦਾ। ਕਿੰਨਾ ਚਿਰ ਉਹ ਸੰਘਰਸ਼ ਦੇ ਵਿੱਚ ਹਿੱਸਾ ਲੈਂਦੇ? ਅਸੀਂ ਜੀ ਸੰਘਰਸ਼ ਦੇ ਵਿੱਚ ਤਾਂ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਚੱਲਦੇ ਨੇ, ਪੁਰਾਣੇ ਨੇ, ਪਰ ਜਦੋਂ ਹੁਣ ਇਹ ਸੰਘਰਸ਼ ਪੰਜਾਬ 'ਚ ਹੀ ਚੱਲਦਾ ਰਿਹਾ, ਅਸੀਂ ਇੱਥੇ ਜਾਂਦੇ ਰਹੇ ਹਾਂ ਟੋਲ ਪਲਾਜ਼ੇ ਤੇ ਚੰਨੋਂ, ਤੇ ਉਸ ਤੋਂ ਬਾਅਦ ਫਿਰ ਦਿੱਲੀ ਗਏ। ਅਸੀਂ ਦਸੰਬਰ ਵੀ ਰਹਿ ਕੇ ਆਏ ਹਾਂ ਉੱਥੇ, ਜਨਵਰੀ 'ਚ ਗਏ ਹਾਂ। ਫਰਵਰੀ ਦੇ ਵਿੱਚ ਅਸੀਂ ਉੱਥੇ ਸਾਡੇ ਸਰਦਾਰ ਬੁੱਧ ਸਿੰਘ ਨੇ ਸਾਨੂੰ ਭੇਜਿਆ ਸੀ, ਟਾਇਲਟ ਫਿੱਟ ਕਰਕੇ ਆਏ ਜੀ, ਉਦੋਂ ਨਾਲ ਸੀ, ਉੱਥੇ ਜਾ ਕੇ ਢੱਲੇ ਹੋਏ ਨੇ ਜੀ ਮੇਰੇ। ਕਿਵੇਂ ਹੋ ਗਈ ਸੀ ਉਹਨਾਂ ਦੀ ਡੈਥ ਜੀ? ਉੱਥੇ ਉਹਨਾਂ ਨੂੰ ਬੁਖਾਰ ਚੜਿਆ ਥੋੜਾ ਜਿਹਾ, ਤੇ ਮੈਂ ਨਾਲ ਸੀਗਾ। ਮੈਨੂੰ ਕਹਿਣ ਲੱਗੇ ਵੀ ਮੈਂ ਜਾਣਾ, ਅਸੀਂ ਫਿਰ 21 ਤਰੀਕ ਨੂੰ ਉੱਥੋਂ ਵਾਪਸ ਆ ਗਏ ਜੀ। ਹੁਣ ਤੁਹਾਨੂੰ ਇੱਥੇ ਬੁਲਾਇਆ ਹੋਇਆ ਹੈ, ਕੀ ਕਾਹਦੇ ਵਾਸਤੇ ਬੁਲਾਇਆ? ਇੱਥੇ ਜੀ ਅੱਜ ਸਾਨੂੰ ਮੈਸੇਜ ਗਿਆ ਸੀ ਵੀ ਸੰਗਰੂਰ ਪਹੁੰਚੋ, ਤੇ ਉਹਨਾਂ ਦੀ ਯਾਦਗਾਰ ਵਿੱਚ ਇੱਥੇ ਅੱਜ ਸਾਰੇ ਸ਼ਹੀਦਾਂ ਦੇ ਨਾਮ ਲਿਖੇ ਗਏ ਨੇ। ਤੇ ਕੁਝ ਨੌਕਰੀ ਵਗੈਰਾ ਦਾ ਵੀ ਕੁਝ ਕਿਹਾ? ਹਾਂਜੀ, ਸਾਨੂੰ ਨੌਕਰੀ ਮੇਰੇ ਭਤੀਜੇ ਨੂੰ ਮਿਲ ਗਈ ਹੈ ਜੀ, ਤੇ ਜੋ ਪੰਜਾਬ ਸਰਕਾਰ ਨੂੰ ਮੁਆਵਜ਼ਾ ਸੀ ਉਹ ਵੀ ਸਾਨੂੰ ਮਿਲ ਗਿਆ।